ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 16ਵੀਂ ਤੇ ਪਦ ਚੌਥਾ ਵਿਚਾਰਨ ਜਾ ਰਹੇ ਹਾਂ। ਜਿਵੇਂ ਆਪਾਂ ਅਕਸਰ ਬੇਨਤੀ ਕਰਦੇ ਹਾਂ ਕਿ ਇਸ ਧਰਤੀ ਉੱਤੇ ਕੋਈ ਵੀ ਪੁਰਸ਼ ਇੰਨਾ ਸਿਆਣਾ ਨਹੀਂ, ਇੰਨਾ ਅਕਲਮੰਦ ਨਹੀਂ ਜਿਹੜਾ ਗੁਰੂ ਸਾਹਿਬਾਨ ਦੀਆਂ ਰਮਜ਼ਾਂ ਨੂੰ ਹੂਬ ਹੂ ਸਮਝ ਸਕੇ। ਜਿੰਨੀ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਕਿਰਪਾ ਕਰਦੇ ਹਨ, ਉਨਾ ਹੀ ਪ੍ਰਾਣੀ ਬੋਲਦਾ ਹੈ, ਵਿਚਾਰਦਾ ਹੈ ਤੇ ਸੁਣਦਾ ਹੈ। ਪ੍ਰਾਣੀ ਆਪਣੇ ਆਪ ਕੁਝ ਵੀ ਨਹੀਂ ਕਰ ਸਕਦਾ। ਗੁਰੂ ਦੀ ਰਹਿਮਤ, ਗੁਰੂ ਦੀ ਮਿਹਰ ਨਾਲ ਹੀ ਉਹ ਚੱਲਦਾ ਹੈ। ਜੋ ਕੁਝ ਵੀ ਉਹ ਕਰਦਾ ਹੈ ਉਹਦੀ ਬਖਸ਼ਿਸ਼ ਨਾਲ ਹੀ ਹੁੰਦਾ ਹੈ। ਸੁਖਮਣੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਸੁੱਖਾਂ ਦਾ ਖਜ਼ਾਨਾ ਹੈ, ਅੰਮ੍ਰਿਤ ਦਾ ਸਾਗਰ ਹੈ। 24 ਅਸ਼ਟਪਦੀਆਂ ਹਨ। ਇੱਕ ਅਸ਼ਟਪਦੀ ਦੇ 8 ਭਾਗ ਹਨ, 8 ਪਦ ਹਨ। ਇਸੇ ਕਰਕੇ ਇਸ ਨੂੰ ਅਸ਼ਟਪਦੀ ਸੱਚੇ ਪਾਤਸ਼ਾਹ ਨੇ ਆਖਿਆ ਹੈ। ਗੁਰੂ ਪਿਆਰਿਓ, 24,000 ਅੱਖਰਾਂ ਦੀ ਵਰਤੋਂ ਕੀਤੀ ਹੈ ਸੁਖਮਣੀ ਸਾਹਿਬ ਦੇ ਵਿੱਚ। ਇੱਕ ਅਸ਼ਟਪਦੀ ਦੇ ਔਸਤਨ 1,000 ਅੱਖਰ ਹਨ। ਦੂਸਰੇ ਪਾਸੇ ਇਨਸਾਨ 1 ਘੰਟੇ ਦੇ ਵਿੱਚ 1,000 ਸਵਾਸ ਲੈਂਦਾ ਹੈ। 24 ਘੰਟਿਆਂ ਦੇ ਵਿੱਚ 24,000 ਸਵਾਸ ਇੱਕ ਪ੍ਰਾਣੀ ਆਪਣੇ ਸਰੀਰ ਦੇ ਅੰਦਰ ਅਤੇ ਬਾਹਰ ਕੱਢਦਾ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸਮੇਂ ਤੇ ਪ੍ਰਾਣੀ ਨੂੰ, ਜੋ ਦੋਨੇ ਹੀ ਚਾਲਤ ਹਨ, ਬਦਲਦੇ ਹਨ, ਚੇਂਜ ਹੁੰਦੇ ਹਨ, ਦੋਨਾਂ ਨੂੰ ਹੀ ਅਕਾਲ ਦੇ ਨਾਲ ਜੋੜਿਆ ਹੈ। ਪ੍ਰਭੂ ਨੂੰ ਸਮੇਂ ਦੀ ਕੋਈ ਲੋੜ ਨਹੀਂ ਹੈ। ਉਹ ਕਦੇ ਬਦਲਦਾ ਨਹੀਂ ਹੈ, ਕਦੇ ਜਨਮਦਾ ਨਹੀਂ ਹੈ ਤੇ ਨਾ ਹੀ ਕਦੇ ਮਰਦਾ ਹੈ। ਸਮੇਂ ਦੀ ਲੋੜ ਹਮੇਸ਼ਾ ਤਬਦੀਲ ਹੋਣ ਵਾਲੇ ਕਰੈਕਟਰ ਨੂੰ ਹੈ, ਜੋ ਕਿ ਇਨਸਾਨ ਹੈ। ਜਨਮ ਤੋਂ ਲੱਗ ਕੇ ਆਪਣੇ ਆਖਰੀ ਸਵਾਸ ਤੱਕ ਚੇਂਜ ਹੁੰਦਾ ਹੈ, ਬਦਲਦਾ ਹੈ। ਹਰ ਛਿਨ, ਹਰ ਪਲ ਬਦਲਦਾ ਹੈ। ਸੱਚੇ ਪਾਤਸ਼ਾਹ ਨੇ ਕਿਰਪਾ ਅਪਾਰ ਕੀਤੀ ਹੈ ਕਿ ਪ੍ਰਾਣੀ ਜੇ ਤੂੰ ਹਰ ਸੁਆਸ ਨੂੰ ਪਵਿੱਤਰ ਬਣਾ ਲਵੇ, ਗੁਰੂ ਦੇ ਰੰਗ ਦੇ ਵਿੱਚ ਰੰਗ ਲਵੇ, ਹਰ ਸੁਆਸ ਉੱਤੇ ਵਾਹਿਗੁਰੂ ਦਾ ਨਾਮ ਲਿਖ ਦੇਵੇ, ਤਾਂ ਤੈਨੂੰ ਜਿਉਂਦਿਆਂ ਹੀ ਮੋਕਸ਼ ਪ੍ਰਾਪਤ ਹੋ ਸਕਦਾ ਹੈ। ਤੇਰਾ ਸਰੀਰ, ਤੇਰੀ ਆਤਮਾ ਪ੍ਰਭੂ ਦਾ ਰੂਪ ਬਣ ਸਕਦੀ ਹੈ। ਇਹਦੇ ਵਿੱਚ ਮਾਇਆ ਦਾ ਜਿਹੜਾ ਜਾਲ ਹੈ, ਇੰਟੈਂਗਲਮੈਂਟਸ ਆਫ ਮਟੀਰੀਅਲ, ਉਹ ਨਿਕਲ ਜਾਵੇਗਾ। ਤੈਨੂੰ ਇੱਕ ਸਦੀਵੀ ਖੁਸ਼ੀ ਦੀ ਬਖਸ਼ਿਸ਼ ਹੋ ਜਾਵੇਗੀ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਪ੍ਰਭੂ ਦੀ ਮਹਿਮਾ ਕੀਤੀ ਹੈ। ਇਸ ਪਦ ਦੇ ਵਿੱਚ ਪ੍ਰਭੂ ਦੇ ਵਿਸਤਾਰ ਬਾਰੇ, ਪ੍ਰਭੂ ਦੀ ਪਸੰਦ ਬਾਰੇ, ਪ੍ਰਭੂ ਦੀਆਂ ਰੰਗੀਆਂ ਬਾਰੇ, ਪ੍ਰਭੂ ਦੀਆਂ ਤਰੱਗੀਆਂ ਬਾਰੇ ਸੱਚੇ ਪਾਤਸ਼ਾਹ ਨੇ ਸਮਝਾਇਆ ਹੈ। ਸੱਚੇ ਪਾਤਸ਼ਾਹ ਨੇ ਸੁਖਮਣੀ ਸਾਹਿਬ ਦੇ ਵਿੱਚ ਚੁਗਲਖੋਰਾਂ, ਨਿੰਦਕਾਂ, ਮਨਮੁੱਖਾਂ ਦਾ ਥਾਂ ਜਿਹੜਾ ਬਣਦਾ ਹੈ ਉਹ ਦਰਸਾਇਆ ਹੈ। ਦਰਅਸਲ
ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਨਾ ਹੋਏ ਆਖਿਆ ਹੈ ਕਿ ਉਹ ਪੈਦਾ ਹੀ ਨਹੀਂ ਹੋਏ, ਉਹਨਾਂ ਦਾ ਜੀਵਨ ਦਾ ਕੋਈ ਮਨੋਰਥ ਹੀ ਨਹੀਂ। ਉਹ ਪਸ਼ੂਆਂ ਨਾਲੋਂ ਵੀ ਪਛੜ ਗਏ ਹਨ, ਜਿਹੜਾ ਉਹਨਾਂ ਨੇ ਆਪਣੇ ਰਚਣਹਾਰੇ ਨੂੰ ਵਿਸਾਰ ਦਿੱਤਾ ਹੈ। ਉਹ ਆਪਣੇ ਮਨ ਦੀ ਮਰਜ਼ੀ ਦੇ ਪਿੱਛੇ ਲੱਗ ਤੁਰੇ, ਪ੍ਰਭੂ ਦੇ ਪਿਆਰਿਆਂ ਨੂੰ ਜਲੀਲ ਕਰਦੇ, ਉਹਨਾਂ ਨੂੰ ਭੰਡਦੇ। ਇਹ ਜੀਵਨ ਉਹਨਾਂ ਨੇ ਬਹੁਤ ਹੀ ਥੱਲੇ ਦੇ ਦਰਜੇ ਦਾ ਚੁਣ ਲਿਆ ਅਤੇ ਪਰਮਾਤਮਾ ਨੇ ਉਹਨਾਂ ਵੱਲ ਅਵੱਸ਼ ਹੀ ਪਿੱਠ ਕਰ ਲਈ। ਇਸ ਤਰ੍ਹਾਂ ਹੈ ਕਿ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਪ੍ਰਕਾਸ਼ ਹੀ ਨਹੀਂ ਹੈ, ਹਨੇਰਾ ਹੈ। ਦੂਸਰੇ ਪਾਸੇ ਪ੍ਰੀਤਮ ਪਿਆਰੇ ਨੇ, ਜਿਹੜੇ ਭਗਤ ਹਨ, ਦਰਵੇਸ਼ ਹਨ, ਪ੍ਰਭੂ ਦੇ ਪਿਆਰੇ ਹਨ, ਉਹਨਾਂ ਦੀ ਉਪਮਾ ਅਪਾਰ ਕੀਤੀ ਹੈ। ਇੱਥੋਂ ਤੱਕ ਕਿ ਉਹਨਾਂ ਦੇ ਚਰਨਾਂ ਦੀ ਧੂੜ ਲੋੜੀ ਹੈ, ਸਜਦਾ ਕੀਤਾ ਹੈ ਉਹਨਾਂ ਨੂੰ, ਉਹਨਾਂ ਦੀ ਭਗਤੀ ਨੂੰ, ਉਹਨਾਂ ਦੀ ਆਰਾਧਨਾ ਨੂੰ ਅਤੇ ਉਹਨਾਂ ਦੀ ਸਾਧਨਾ ਨੂੰ। ਉਹਨਾਂ ਨੂੰ ਪਿਆਰਾ ਮਿਲ ਗਿਆ, ਉਹ ਪਿਆਰੇ ਦਾ ਰੂਪ ਬਣ ਗਏ। ਅਕਾਲ ਪੁਰਖ ਨੇ ਆਪਣਾ ਰੂਪ ਉਹਨਾਂ ਨੂੰ ਦੇ ਦਿੱਤਾ। ਉਹਨਾਂ ਦੇ ਅੰਦਰ ਉਹ ਲਾਲਸਾ ਖਤਮ ਹੋ ਗਈ ਕਿ ਦੁਨੀਆ ਨੂੰ ਦੱਸਿਆ ਜਾਵੇ, ਲੋਕਾਂ ਦੇ ਵਿੱਚ ਚੰਗਾ ਬਣਿਆ ਜਾਵੇ, ਲੋਕ ਚੰਗਾ ਕਹਿਣ, ਘਰ ਵਾਲੇ ਚੰਗਾ ਕਹਿਣ। ਉਹ ਲਾਲਸਾ ਉਹਨਾਂ ਪਿਆਰਿਆਂ ਦੇ ਵਿੱਚ ਮੁੱਕ ਚੁੱਕੀ ਹੈ। ਉਹ ਤਾਂ ਆਪਣੇ ਆਪ ਨੂੰ ਗਿਣਤੀ ਵੀ ਨਹੀਂ ਕਰਦੇ, ਉਹ ਤਾਂ ਆਪਣੀ ਹੋਂਦ ਵੀ ਨਹੀਂ ਮੰਨਦੇ। ਹਮੇਸ਼ਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਕਰਦੇ ਹਨ। ਜਦੋਂ ਮੈਂ ਮੁੱਕ ਜਾਂਦੀ ਹੈ ਤਾਂ ਉਹ ਆਪ ਆ ਜਾਂਦਾ ਹੈ। ਉਹਨਾਂ ਪਿਆਰਿਆਂ ਦਾ ਸਥਾਨ ਸੱਚੇ ਪਾਤਸ਼ਾਹ ਨੇ ਬਹੁਤ ਉੱਚਾ ਦਰਸਾਇਆ ਹੈ। ਇਸ ਪਦ ਦੇ ਵਿੱਚ ਪ੍ਰੀਤਮ ਪਿਆਰੇ ਦੀ ਮਹਿਮਾ ਕਰਦੇ ਹੋਏ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਿਹਰ ਕਰਦੇ ਹਨ, ਤੁੱਠਦੇ ਹਨ ਕਿ ਪ੍ਰਭੂ ਦੀਆਂ ਵੰਨਗੀਆਂ, ਪ੍ਰਭੂ ਦੇ ਰੂਪ ਸਰੂਪ, ਪ੍ਰਭੂ ਦੇ ਰੰਗ, ਪ੍ਰਭੂ ਦੀਆਂ ਰੰਗਤਾਂ ਦਾ ਕੋਈ ਅੰਤ ਨਹੀਂ ਹੈ। ਉਹਨੂੰ ਵੱਖਰੇ ਵੱਖਰੇ ਸਰੂਪ ਪਸੰਦ ਹਨ। ਉਹ ਆਪਣੀ ਕ੍ਰੀਏਸ਼ਨ ਦੇ ਵਿੱਚ, ਆਪਣੀ ਕਲਾ ਦੇ ਵਿੱਚ ਬੇਸ਼ੁਮਾਰ ਵੰਨਗੀਆਂ ਗੁੰਦਦਾ ਹੈ, ਅਨੇਕਾਂ ਰੰਗ ਬਣਾਉਂਦਾ ਹੈ, ਪਰ ਫਿਰ ਵੀ ਆਪਣੇ ਆਪ 'ਚ ਇੱਕ ਹੀ ਰਹਿੰਦਾ ਹੈ। ਆਪਣੇ ਆਪ ਨੂੰ ਬੇਅੰਤ ਸਰੂਪਾਂ ਦੇ ਵਿੱਚ ਪਸਾਰ ਕੇ ਪ੍ਰੀਤਮ ਪਿਆਰਾ ਫਿਰ ਵੀ ਇੱਕ ਓਂਕਾਰ ਸਤਿਨਾਮ ਹੀ ਹੈ। ਉਹਦੀ ਖੇਤੀ ਬੇਅੰਤ ਹੈ। ਵੱਖਰੀਆਂ ਵੱਖਰੀਆਂ ਕਿਸਮਾਂ, ਵੱਖਰੇ ਵੱਖਰੇ ਸੁਭਾਅ ਬੇਅੰਤ ਹਨ। ਨਾਨਾ ਰੂਪ, ਨਾਨਾ ਜਾ ਕੇ ਰੰਗ। ਪਰਮੇਸ਼ਰ ਪਿਆਰੇ ਦੇ ਬਹੁਤ ਸਾਰੇ ਰੂਪ ਹਨ, ਬਹੁਤ ਸਾਰੇ ਰੰਗ ਹਨ। ਸੰਸਾਰ ਦੇ ਵਿੱਚ ਇੱਕ ਰੰਗ ਚਿੱਟਾ ਰੰਗ ਹੈ,
ਸਾਰਾ ਕੁਝ ਚਿੱਟਾ ਹੀ ਹੈ, ਪਰ ਉਸ ਚਿੱਟੇ ਦੇ ਵਿੱਚ ਸਾਰੇ ਰੰਗ ਸਮੋਏ ਹੋਏ ਹਨ। ਪ੍ਰਭੂ ਉਹਨਾਂ ਨੂੰ ਉਜਾਗਰ ਕਰਦਾ ਹੈ, ਉਹਨਾਂ ਛੁਪੇ ਹੋਏ ਰੰਗਾਂ ਨੂੰ ਚਿੱਟੇ ਰੰਗ ਦੇ ਵਿੱਚੋਂ ਬਾਹਰ ਕੱਢਦਾ ਹੈ ਤੇ ਉਹਨਾਂ ਨੂੰ ਵੱਖਰੇ ਤੌਰ 'ਤੇ ਬੇਸ਼ੁਮਾਰ ਖੂਬੀਆਂ ਨਾਲ ਸ਼ਿੰਗਾਰਦਾ ਹੈ। ਨਾਨਾ ਭੇਖ ਕਰੇ ਇੱਕ ਰੰਗ 'ਚ ਰਹਿੰਦਾ ਹੋਇਆ ਬੇਸ਼ੁਮਾਰ ਰੰਗਾਂ ਦੇ ਵਿੱਚ ਚੋਜ ਕਰਦਾ ਹੈ। ਅਨੇਕਾਂ ਭੇਖ ਧਾਰਦਾ ਹੈ। ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਨਾਟਕਾਂ ਦੇ ਵਿੱਚ ਕਲਾਕਾਰ ਸਿਨੇਮੇ ਮੂਵੀਆਂ ਦੇ ਵਿੱਚ ਅਦਾਕਾਰ ਟੀਵੀ ਸ਼ੋਆਂ ਦੇ ਵਿੱਚ ਅਭਿਨੈ ਬੇਸ਼ੁਮਾਰ ਕਰਦੇ ਹਨ, ਪਰ ਉਹ ਫਿਰ ਵੀ ਆਪਣੇ ਆਪ 'ਚ ਉਹੀ ਚਰਿੱਤਰ ਰੱਖਦੇ ਹਨ। ਜਦੋਂ ਆਪਣੇ ਘਰੇ ਜਾਂਦੇ ਹਨ ਤਾਂ ਪਹਿਲੇ ਵਾਲੇ ਬਣ ਕੇ ਹੀ ਜਾਂਦੇ ਹਨ। ਬੇਚਕ ਨਾਟਕ ਦੇ ਵਿੱਚ, ਭਾਵੇਂ ਮੂਵੀ ਦੇ ਵਿੱਚ, ਭਾਵੇਂ ਟੀਵੀ ਸੀਰੀਅਲ ਦੇ ਵਿੱਚ ਉਹ ਬਾਦਸ਼ਾਹ ਹੋਣ ਜਾਂ ਭਿਖਾਰੀ ਹੋਣ, ਉਹਨਾਂ ਦੇ ਘਰ ਵਾਲੇ ਜੀਵਨ ਉੱਤੇ ਕੋਈ ਫਰਕ ਨਹੀਂ ਪੈਂਦਾ। ਅਨੇਕਾਂ ਰੂਪ ਰੰਗ ਕਰਦੇ ਹੋਏ ਉਹ ਕਲਾਕਾਰ ਉਹੀ ਕੁਝ ਰਹਿੰਦੇ ਹਨ ਜੋ ਉਹ ਅਸਲੀ ਆਪਣੇ ਘਰ ਦੇ ਵਿੱਚ ਨਾਮ ਥੱਲੇ ਜੀਂਦੇ ਹਨ। ਪ੍ਰਭੂ ਪਰਮੇਸ਼ਰ ਬੇਸ਼ੁਮਾਰ ਨਾਮਾਂ ਦੇ ਵਿੱਚ ਵਸ ਰਿਹਾ ਹੈ। ਹਰ ਸ਼ੈ, ਹਰ ਪ੍ਰਾਣੀ ਦੇ ਵਿੱਚ ਮੌਜੂਦ ਹੈ। ਚੋਜ ਕਰਦਾ ਹੈ, ਕਰਵਾਉਂਦਾ ਹੈ, ਬੋਲਦਾ ਹੈ, ਬੁਲਾਉਂਦਾ ਹੈ, ਪਰ ਫਿਰ ਵੀ ਇੱਕ ਰਹਿੰਦਾ ਹੈ। ਇੱਕ ਰਹਿਣਾ ਹੀ ਉਹਦੀ ਵਿਸ਼ੇਸ਼ਤਾ ਹੈ, ਦੂਸਰਾ ਕੋਈ ਹੈ ਹੀ ਨਹੀਂ। ਨਾਨਾ ਭੇਖ ਕਰੇ ਇੱਕ ਰੰਗ, ਇੱਕੋ ਰਹਿੰਦਾ ਹੋਇਆ ਬੇਸ਼ੁਮਾਰ ਵੇਸ ਧਾਰਦਾ ਹੈ, ਬੇਸ਼ੁਮਾਰ ਰੂਪ ਬਦਲਦਾ ਹੈ। ਨਾਨਾ ਬਿਦ ਕੀਨੋ ਵਿਸਤਾਰ, ਪ੍ਰਭ ਅਵਨਾਸ਼ੀ ਏਕ ਓਂਕਾਰ। ਬੇਸ਼ੱਕ ਉਹ ਆਪਣੇ ਅਣਗਿਣਤ ਢੰਗਾਂ ਦੇ ਨਾਲ ਪਸਰਿਆ ਹੋਇਆ ਹੈ, ਪਰ ਉਹ ਅਮਰ ਆਦੁੱਤੀ ਸਾਹਿਬ ਹਮੇਸ਼ਾ ਦੇ ਲਈ ਅਮਰ ਹੈ। ਉਹ ਕਦੇ ਬਦਲਦਾ ਨਹੀਂ ਹੈ, ਜਨਮ ਮਰਨ ਤੋਂ ਪਰੇ ਹੈ। ਜਿਹੜੀ ਆਪਣੀ ਕ੍ਰੀਏਸ਼ਨ ਪੈਦਾ ਕਰਦਾ ਹੈ, ਬਣਾਉਂਦਾ ਹੈ, ਫਿਰ ਮੁੜ ਕੇ ਬਣਾਉਂਦਾ ਹੈ, ਨਾਸ ਕਰਦਾ ਹੈ, ਬਣਾਈ ਜਾਂਦਾ ਹੈ, ਖਪਾਈ ਜਾਂਦਾ ਹੈ, ਆਪਣੀ ਖੇਡ ਦੇ ਵਿੱਚ ਮਸਤ ਹੈ। ਉਹਨੂੰ ਇਹੀ ਤਰੀਕਾ ਭਾਉਂਦਾ ਹੈ, ਇਹੀ ਤਰੀਕਾ ਉਹਦਾ ਪਿਆਰਾ ਤਰੀਕਾ ਹੈ, ਪਰ ਫਿਰ ਵੀ ਇੱਕ ਓਂਕਾਰ ਹੀ ਰਹਿੰਦਾ ਹੈ। ਨਾਨਾ ਚਲਤ ਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਭ ਠਾਏ। ਵਾਹਿਗੁਰੂ ਅਕਾਲ ਪੁਰਖ ਚਾਲਤ, ਖੇਡਾਂ,
ਬੇਅੰਤ ਇੱਕ ਸੈਕਿੰਡ ਦੇ ਵਿੱਚ, ਇੱਕ ਅੱਖ ਦੇ ਝਮਕੇ ਦੇ ਵਿੱਚ ਕਿਸੇ ਨੂੰ ਕਰੋੜਪਤੀ ਬਣਾ ਦਿੰਦਾ ਹੈ, ਕਿਸੇ ਨੂੰ ਕੰਗਾਲ ਬਣਾ ਦਿੰਦਾ ਹੈ, ਕਿਸੇ ਨੂੰ ਭਿਖਾਰੀ ਬਣਾ ਦਿੰਦਾ ਹੈ, ਕਿਸੇ ਨੂੰ ਸੜਕ ਉੱਤੇ ਮੰਗਤਾ ਬਣਾ ਦਿੰਦਾ ਹੈ। ਇੱਕ ਖਿੰਡ ਦੇ ਵਿੱਚ ਸਾਰਾ ਕੁਝ ਬਦਲ ਦਿੰਦਾ ਹੈ ਦਾਤਾ। ਇਹ ਉਹਦੀ ਪਸੰਦ ਹੈ। ਉਹ ਇਸ ਤਰ੍ਹਾਂ ਦੀਆਂ ਕਿਰਿਆਵਾਂ ਕਰਨ ਦੇ ਵਿੱਚ ਮਾਹਰ ਹੈ, ਪਰ ਫਿਰ ਵੀ ਆਪਣੇ ਆਪ ਨੂੰ ਅਲੱਗ ਰੱਖਦਾ ਹੈ। ਆਪਣੀ ਪਰਸਨੈਲਿਟੀ ਉੱਤੇ ਆਪਣੀ ਕ੍ਰੀਏਸ਼ਨ ਦਾ ਅਸਰ ਨਹੀਂ ਹੋਣ ਦਿੰਦਾ। ਉਹੀ ਕੁਝ ਰਹਿੰਦਾ ਹੈ ਜੋ ਹਮੇਸ਼ਾ ਤੋਂ ਹੈ। ਕਦੇ ਵੀ ਖੇਡ ਉਹਨੂੰ ਬਦਲਦੀ ਨਹੀਂ ਹੈ। ਉਹਦੇ ਸੁਭਾਅ ਦੇ ਉੱਤੇ ਵੀ ਅਸਰ ਨਹੀਂ ਪੈਂਦਾ। ਪੂਰਨ ਪੂਰ ਰਹਿਓ, ਪੂਰ ਰਹਿਓ ਪੂਰਨ ਸਭ ਠਾਏ। ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈ। ਉਹਦੀ ਖੇਡ ਹੈ ਦੇਣ ਦੀ। ਉਹ ਇੱਕ ਗਿਵਰ ਹੈ, ਲੈਂਦਾ ਕਿਸੇ ਤੋਂ ਕੁਝ ਵੀ ਨਹੀਂ ਹੈ। ਗੁਣਾਂ ਵਾਲਿਆਂ ਨੂੰ ਗੁਣ ਦੇਈ ਜਾਂਦਾ ਹੈ, ਭੁੱਖਿਆਂ ਨੂੰ ਰਜਾਈ ਜਾਂਦਾ ਹੈ, ਪਿਆਸਿਆਂ ਨੂੰ ਪਿਲਾਈ ਜਾਂਦਾ ਹੈ। ਪਿਆਰ ਹੀ ਵੰਡੀ ਜਾਂਦਾ ਹੈ ਹਮੇਸ਼ਾ। ਖਾਲੀ ਰਹਿਣ ਹੀ ਨਹੀਂ ਦਿੰਦਾ। ਬਦਲਾ ਨਹੀਂ ਲੈਂਦਾ। ਪਰਮਾਤਮਾ ਕਦੇ ਵੀ ਰਿਵੈਂਜਫੁੱਲ ਨਹੀਂ। ਉਹਦੀ ਬਾਖੂਬੀ ਹੈ ਬਖਸ਼ ਲੈਣ ਦੀ, ਆਪਣੀ ਗਰੇਸ ਦੇਣ ਦੀ, ਆਪਣੀ ਰਹਿਮਤ ਬਖਸ਼ਣ ਦੀ। ਉਹਦੀ ਅਦਾਲਤ ਦੇ ਵਿੱਚ, ਉਹਦੀ ਕਚਹਿਰੀ ਦੇ ਵਿੱਚ ਸਜ਼ਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਹਦਾ ਕੋਰਟ, ਉਹਦੀ ਦਰਗਾਹ ਬਖਸ਼ਣ ਉੱਤੇ ਹੀ ਚੱਲਦੀ ਹੈ। ਹਮੇਸ਼ਾ ਹੀ ਬਖਸ਼ਦਾ ਹੈ, ਕਦੇ ਕਿਸੇ ਨੂੰ ਸਜ਼ਾ ਦਿੰਦਾ ਹੀ ਨਹੀਂ। ਚਾਹੇ ਅਪਰਾਧੀ ਕਿੰਨਾ ਵੱਡਾ ਹੋਵੇ, ਚਾਹੇ ਉਹਨੇ ਕਿੰਨੇ ਲੋਕ ਸਤਾਏ ਹੋਣ, ਠੱਗੀਆਂ ਮਾਰੀਆਂ ਹੋਣ, ਖੂਨ ਪੀਤਾ ਹੋਵੇ, ਗਰੀਬਾਂ ਨੂੰ ਪਰੇਸ਼ਾਨ ਕੀਤਾ ਹੋਵੇ, ਉਹਦੇ ਕੋਰਟ ਦੇ ਵਿੱਚ, ਉਹਦੀ ਕਚਹਿਰੀ ਦੇ ਵਿੱਚ ਸਾਰੇ ਹੀ ਬਖਸ਼ੇ ਜਾਂਦੇ ਹਨ। ਜਿਹੜੇ ਖਾਲੀ ਖੜਕਦੇ ਹਨ ਉਹਨਾਂ ਨੂੰ ਨਾਮ ਦੇ ਨਾਲ ਭਰ ਦਿੰਦਾ ਹੈ। ਜਿਹੜੇ ਦੁਨੀਆ ਦੇ ਵਿੱਚ ਪਿਆਸੇ ਹਨ ਨਾਮ ਰਸ ਦੇ, ਉਹਨਾਂ ਨੂੰ ਨਾਮ ਦਿੰਦਾ ਹੈ। ਨਾਨਾ ਬਿਦ ਕਰ ਬਨਤ ਬੜਾਈ, ਆਪਣੀ ਕੀਮਤ ਆਪੇ ਪਾਈ। ਕੀਮਤ, ਵੈਲਿਊ, ਪ੍ਰਾਈਸ ਦੁਨੀਆ ਦੀ ਇੱਕ ਸਭ ਤੋਂ ਜ਼ਿਆਦਾ ਚੱਲਦੀ ਕਿਰਿਆ ਹੈ। ਇਨਸਾਨ ਦੀ ਕੀਮਤ ਪੈਂਦੀ ਹੈ, ਦੂਸਰਾ ਪਾਉਂਦਾ ਹੈ, ਆਪ ਦੱਸਦਾ ਹੈ, ਦੂਜਾ ਅੰਦਾਜ਼ਾ ਲਗਾਉਂਦਾ ਹੈ। ਦੁਨੀਆ ਦੇ ਪਦਾਰਥਾਂ ਦੀ ਕੀਮਤ ਪੈਂਦੀ ਹੈ, ਉਹਨਾਂ ਉੱਤੇ ਪ੍ਰੋਪਰਟੀਆਂ ਦੇ ਮਾਲਕ ਕਰਜ਼ਾ ਲੈਂਦੇ ਹਨ,
ਖਾਸ ਕਿੱਤੇ ਵਾਲੇ ਅਪਰੇਜ਼ਰ ਉਹਨਾਂ ਪ੍ਰਾਪਰਟੀਆਂ, ਉਹਨਾਂ ਜਾਇਦਾਦਾਂ ਨੂੰ ਗਿਣਤ ਦੇ ਵਿੱਚ ਗਿਣ ਕੇ ਮੁਕਾਬਲਾ ਕਰਕੇ ਹੋਰ ਥਾਵਾਂ ਨਾਲ ਇੱਕ ਵੈਲਿਊ, ਇੱਕ ਪ੍ਰਾਈਸ ਪ੍ਰਦਾਨ ਕਰਦੇ ਹਨ ਤਾਂ ਕਿ ਬੈਂਕ ਉਹਨਾਂ ਕਰਜ਼ਾ ਦੇ ਸਕੇ। ਉਹਦੀ ਵੈਲਿਊ ਫਿਕਸ ਕੀਤੀ ਜਾਂਦੀ ਹੈ ਤਜਰਬੇਕਾਰ ਵਿਅਕਤੀ ਵੱਲੋਂ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਪ੍ਰੀਤਮ ਪਿਆਰਾ ਜਿਹਨੇ ਆਪਣੀ ਬਣਤ ਆਪੇ ਬਣਾਈ, ਨਾਨਾ ਵਿਧ ਕਰ ਬਣਤ ਬਣਾਈ, ਉਹਨੇ ਆਪਣਾ ਸਟੇਟਸ ਅਨੇਕਾਂ ਤਰੀਕਿਆਂ ਦੇ ਨਾਲ ਰਚਨਾ ਨੂੰ ਰਚ ਕੇ ਬਣਾਇਆ ਹੈ। ਬਣਤ ਬਣਾਈ ਹੈ ਆਪਣੀ ਕ੍ਰੀਏਸ਼ਨ ਨੂੰ ਕ੍ਰੀਏਟ ਕਰਕੇ। ਫਿਰ ਉਹਨੂੰ ਕਿਸੇ ਅਪਰੇਜ਼ਰ ਦੀ ਲੋੜ ਨਹੀਂ ਪੈਂਦੀ। ਕੌਣ ਪ੍ਰਭੂ ਦੀ ਕੀਮਤ ਪਾ ਸਕਦਾ? ਕੌਣ ਦੁਨੀਆ ਦੇ ਵਿੱਚ ਏਡਾ ਵੱਡਾ ਪ੍ਰੋਫੈਸ਼ਨਲ ਅਪਰੇਜ਼ਰ ਹੈ ਜਿਹੜਾ ਪ੍ਰਭੂ ਦੀ ਕੀਮਤ ਪਾ ਸਕੇ? ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਹੱਥ ਜੋੜ ਕੇ ਇਹ ਬੇਨਤੀ ਕਰ ਦਿੱਤੀ ਕਿ ਦਾਤਾ ਤੇਰੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਤੂੰ ਬੇਅੰਤ ਹੈ, ਤੂੰ ਵੱਡਾ ਹੈ, ਤੇਰੇ ਨਾਲੋਂ ਕੋਈ ਹੋਰ ਵੱਡਾ ਹੀ ਨਹੀਂ। ਤੂੰ ਆਪਣੇ ਆਪ ਵਿੱਚ ਹੀ ਹੈ। ਆਪਣੀ ਕੀਮਤ ਤੂੰ ਆਪੇ ਹੀ ਪਾ ਸਕਦਾ ਹੈ। ਸਾਡੇ ਕਹੇ ਤੇ ਤੂੰ ਵੱਡਾ ਨਹੀਂ ਹੋਣਾ ਤੇ ਨਾ ਹੀ ਛੋਟਾ। ਸਾਡੀਆਂ ਤਾਂ ਬੇਨਤੀਆਂ ਹੀ ਹਨ ਦਾਤਾ, ਤੇਰੇ ਅੱਗੇ ਫਰਿਆਦਾਂ ਹਨ। ਨਾਨਾ ਵਿਧ ਕਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਈ। ਅਨੇਕਾਂ ਤਰੀਕਿਆਂ ਦੇ ਨਾਲ ਤੈਂ ਰਚਨਾ ਰਚੀ ਹੈ। ਆਪਣਾ ਮੁੱਲ ਤੈਂ ਆਪ ਹੀ ਪਾਇਆ ਹੈ। ਸਭ ਘਟ ਤਿਸਕੇ, ਸਭ ਤਿਸਕੇ ਠਾਉ। ਜਪ ਜਪ ਜੀਵੈ, ਨਾਨਕ ਹਰਿ ਨਾਉ। ਸਾਰੇ ਦਿਲਾਂ ਦੇ ਵਿੱਚ ਤੂੰ ਹੀ ਵਸਦਾ ਹੈ। ਦਿਲ ਤੇਰੀ ਮਲਕੀਅਤ ਹਨ। ਦਿਲ ਨੂੰ ਧੜਕਣਾ ਤੂੰ ਸਿਖਾਇਆ ਹੈ। ਦਿਲ ਨੂੰ ਤੜਫਣਾ ਤੂੰ ਸਿਖਾਇਆ ਹੈ। ਵਿਰੋਹ ਦੇ ਵਿੱਚ, ਬਰਾਗ ਦੇ ਵਿੱਚ ਬਬੀਹੇ ਵਾਂਗੂ ਤੜਫਦਾ ਦਿਲ ਤੇਰਾ ਹੀ ਬਣਾਇਆ ਹੋਇਆ ਹੈ। ਉੱਚੀਆਂ ਉੱਚੀਆਂ ਆਵਾਜ਼ਾਂ ਦੇ ਵਿੱਚ ਉੱਚੀਆਂ ਉੱਚੀਆਂ ਛਲਾਂਗਾਂ ਮਾਰ ਕੇ ਨੱਚਣਾ ਦਿਲ ਨੂੰ ਤੂੰ ਹੀ ਦੱਸਦਾ ਹੈ। ਸ਼ੇਖੀ ਵੀ ਦਿਲ ਮਾਰਦਾ ਹੈ, ਰੋਂਦਾ ਵੀ ਦਿਲ ਹੀ ਹੈ, ਪਰੇਸ਼ਾਨ ਵੀ ਦਿਲ ਹੈ, ਪ੍ਰਸੰਨ ਵੀ ਦਿਲ ਹੈ। ਦਾਤਾ ਇਹ ਵੱਖਰੇ ਵੱਖਰੇ ਧੜਕਣ ਦਿਲ ਦੇ ਵਿੱਚ ਤੂੰ ਹੀ ਪਾਏ ਹਨ। ਤੇਰੇ ਬਹੁਤ ਸਾਰੇ ਥਾਂ ਹਨ। ਤੂੰ ਨਥਾਵਿਆਂ ਦਾ ਥਾਮ ਹੈ। ਤੇਰੇ ਕੋਲ ਬੇਅੰਤ ਥਾਂ ਹਨ। ਤੂੰ ਨਥਾਵਿਆਂ ਦਾ ਥਾਮ, ਨਿਮਾਣਿਆਂ ਦਾ ਮਾਣ ਹੈ। ਜਿਹਦੇ ਕੋਲ ਕੋਈ ਮਾਣ ਨਹੀਂ ਹੈ, ਗਰੀਬ ਹੈ, ਦਰਵੇਸ਼ ਹੈ, ਉਹਦਾ ਮਾਣ ਤੂੰ ਆਪ ਹੀ ਬਣਦਾ ਹੈ। ਸਾਰੇ ਦਿਲਾਂ ਦਾ ਮਾਲਕ, ਅਨੇਕਾਂ ਤੇਰੇ ਦਿਲ ਹੀ ਹਨ। ਜਦੋਂ ਚਾਹੇ ਦਿਲ ਨੂੰ ਬਦਲ ਸਕਦਾ ਹੈ। ਜਪ ਜਪ ਜੀਵੇ ਨਾਨਕ ਹਰਿ ਨਾਉ।
ਸੱਚੇ ਪਾਤਸ਼ਾਹ ਜਿਵੇਂ ਮਛਲੀ ਪਾਣੀ ਨੂੰ ਪਿਆਰ ਕਰਦੀ ਹੈ, ਆਪਣੇ ਅੰਦਰ ਪਾਣੀ ਦੀ ਠੰਡਕ ਰੱਖ ਕੇ ਸਵਰ ਵਿੱਚ ਤੈਰਦੀ ਹੈ। ਪਾਣੀ ਉਹਦਾ ਸੁਭਾਅ ਹੈ, ਉਹਦੀ ਜਿੰਦ ਹੈ, ਉਹਦੀ ਜਾਨ ਹੈ। ਮੱਛੀ ਤੇ ਪਾਣੀ, ਪਾਣੀ ਤੇ ਮੱਛੀ ਦੋਨੇ ਇੱਕੋ ਹੀ ਹਨ। ਪਾਣੀ ਮੱਛੀ ਨੂੰ ਚਿਤਵ ਕੇ ਜੀਂਦੀ ਹੈ, ਪਾਣੀ ਦੇ ਵਿੱਚ ਰਹਿ ਕੇ ਆਪਣੇ ਜੀਵਨ ਦੀ ਖੁਸ਼ੀ ਨੂੰ ਮਾਣਦੀ ਹੈ। ਨਾਨਕ ਦੇ ਲਈ ਤੇਰਾ ਨਾਮ ਹੀ ਜੀਵਨ ਹੈ। ਮੁੜ ਮੁੜ ਕੇ ਉਚਾਰਨ ਕਰਨਾ, ਮੁੜ ਮੁੜ ਕੇ ਤੇਰਾ ਨਾਮ ਲੈਣਾ ਨਾਨਕ ਦਾ ਜੀਵਨ ਹੈ। ਜਪ ਜਪ ਜੀਵੈ ਨਾਨਕ ਹਰਿ ਨਾਉ। ਮੱਛੀ ਤੇ ਪਾਣੀ ਦੀ ਕਹਾਣੀ, ਨਾਨਕ ਤੇ ਪ੍ਰਭੂ ਦਾ ਸੁਮੇਲ ਇੱਕ ਦੂਸਰੇ ਦੇ ਨਾਲ ਮਿਲ ਜਾਣਾ, ਫਿਰ ਤੜਫਣਾ, ਫਿਰ ਪਾਉਣਾ, ਫਿਰ ਪ੍ਰਭੂ ਨੇ ਗਲਵੱਖੜੀ ਪਾ ਕੇ ਸੁਨੇਹਾ ਦੇਣਾ ਦੁਨੀਆ ਨੂੰ ਕਿ ਨਾਨਕ ਤੂੰ ਹੁਣ ਵੰਡ ਦੇ। ਵੰਡ ਦੇ 13 ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਜਪ ਜਪ ਜੀਵੈ ਨਾਨਕ ਹਰਿ ਨਾਉ। ਨਾਨਕ ਤੇਰਾ ਨਾਉ ਲੈ ਲੈ ਕੇ ਜੀਂਦਾ ਹੈ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰੀਏ। ਨਾਨਾ ਰੂਪ ਨਾਨਾ ਜਾਂ ਕੇ ਰੰਗ, ਵੇਰੀਅਸ ਆਰ ਦਾ ਫਾਰਮਸ of God, and various are of his colors. He liked to exist in many varieties with colors. Nana ਭੇਖ ਕਰੇ ਇੱਕ ਰੰਗ. He assumes various colors and yet remains one and same. ਇੱਕ ਓਂਕਾਰ ਸਤਨਾਮ. He always stays present. Always. His creation is many, 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 and he keeps himself one. ਨਾਨਾ ਬਿਦ ਕੀਨੋ ਬਸਤਾਰ, ਪ੍ਰਭ ਅਵਨਾਸ਼ੀ ਇੱਕ ਓਂਕਾਰ. The imperishable unique Lord has extended himself in myriads of ways. He created himself in countless, asunk, trillions, jillions, but he is still one. Nana chalat kare khin mahe. In the moment, he stages myriads of plays. He does too many roles. He is art and he creates art. Every artist he exists. And he is the best producer, director and actor. Real movie of the universe. He is the creator.
and actor. He does that in 1 second. He makes somebody king and he makes somebody to beg. In 1 moment, his stage is wonderful. Poor reho pooran sab thaaye. He is giver and he is a filler. Perfect way he fill everybody. If somebody is empty, he gave his name. And somebody is thirsty, he gave his name. ਭੁੱਖੇ ਤੇ ਪਿਆਸਿਆਂ ਨੂੰ ਰਜਾਉਂਦਾ ਹੈ, ਨਾਨਾ ਚਲਤ ਕਰੇ ਖਿੰਨ ਮਾਹੇ. In a moment he stages too many roles. Poor reho pooran sab thaaye. Filler, giver, all the places same time. Nana bid kar banat banai. He did adopted too many ways, various ways to create his creation. And he established so beautiful universes endless. ਆਪਣੀ ਕੀਮਤ ਆਪੇ ਪਾਈ. We appraise the things in this world. Professional appraisers, they go check the prices in the neighborhood, do the comparison, income comparison, and then they assess the value. But who will appraise God? Where somebody can find a appraiser so big that appraiser can assess the value of the Lord? Impossible. He is the only one can tell how great is. Man don't have a vocabulary. Man don't have the wisdom to convey the price of the God. Sab घट तिसके सब तिसके ठाऊं. जप जप जीवै नानक हर नाम. All the hearts are his, and the vibration in the hearts are also given by him. He the one tested the heart, how to give life to the human body, and all the places up and down, hot or cold, belong to him. All the stars, suns, universes are all his inventory, and he the one running himself everywhere. He is not getting paid. He is a free server. He is similar to like self-employed, but without any money, because he don't sell, he give. Always giver, always a filler. ਆਪਣੀ ਕੀਮਤ ਆਪੇ ਪਾਈ. ਸਭ ਘਟ ਤਿਸਕੇ ਸਭ ਤਿਸਕੇ ਠਾਉ. All the hearts belong to him, and all the places belong to him. ਜਪ ਜਪ ਜੀਵੇ ਨਾਨਕ ਹਰ ਨਾਉ. Nanak's life is on his name.
Nanak, remember his name every breath. And then he gives energy to Nanak. Nanak is living on his name, his praise, his appreciation. In return, he gave grace to Nanak to give his understanding. He does with all the lovers, all the people who are dedicated to him. Guru Pyareo, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੱਚੇ ਪਾਤਸ਼ਾਹ ਦੀ ਮਹਿਮਾ ਅਪਾਰ ਕੀਤੀ ਹੈ। ਨਾਨਾ ਰੂਪ, ਨਾਨਾ ਅਨੇਕ, ਨਾਨਾ ਮੈਨੀ, ਨਾਨਾ ਵੇਰੀਅਸ, ਬਹੁਤ ਹੀ ਪਿਆਰਾ ਲਫ਼ਜ਼ ਸੱਚੇ ਪਾਤਸ਼ਾਹ ਨੇ ਵਰਤਿਆ ਹੈ। ਨਾਨਾ ਰੂਪ, ਨਾਨਾ ਜਾਂ ਕੇ ਰੰਗ, ਬੇਸ਼ੁਮਾਰ ਬੇਸ਼ੁਮਾਰ ਪ੍ਰੀਤਮ ਦੇ ਰੰਗ ਰੂਪ ਹਨ। ਬੇਸ਼ੁਮਾਰ ਉਹਦੀਆਂ ਬੰਦਗੀਆਂ, ਉਹਦੀਆਂ ਤਰੰਨਗੀਆਂ ਹਨ। He does too many roles. He does in a moment so many arts. नाना भेख करे एक रंग. He expand himself so far, one end to other end. He don't need no time. He never need any time to reach anywhere because he is timeless. He is fearless, he is envyless, he is timeless. But he is merciful, he is graceful. He is helpful. He is full and he is a filler. He is a filler and giver. He does too many stages in a moment, but he still stays ek onkar Satnam. His true name is Satnam. His name is true. His creation is true. No false, no fake. Everything real. No change, no death. Always prevail, live forever. If something is empty, thirsty, just do the prayer. One time prayer, and he return, blessing will come back. Because his habit is to fill with his grace. ਧੰਨ ਧੰਨ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਨੇ ਕਿ ਨਾਨਕ ਜਿਉਂਦਾ ਹੀ ਤੇਰੇ ਨਾਂ ਉੱਤੇ ਹੈ। ਤੂੰ ਦਿਲਾਂ ਦੇ ਵਿੱਚ ਵਸਿਆ ਹੋਇਆ ਪਰਮੇਸ਼ਰ ਆਪਣੀ ਕੀਮਤ ਆਪੇ ਹੀ ਪਾ ਸਕਦਾ ਹੈ। ਤੇਰੀ ਸਿਫਤ ਕੌਣ ਸਕਦਾ ਹੈ? ਸਾਡੇ ਕੋਲ ਅਲਫਾਜ਼ ਨਹੀਂ ਹਨ, ਸ਼ਬਦ ਨਹੀਂ ਹਨ। ਤੂੰ ਆਪਣੀ ਸਿਫਤ ਆਪ ਹੀ ਕਰਾ ਸਕਦਾ ਹੈ। ਸਾਨੂੰ ਸਮਝਾ ਕੇ ਅਸੀਂ ਤੇਰੇ ਚਰਨਾਂ ਦੇ ਵਿੱਚ ਢਹਿ ਪਈਏ। ਤੇਰੀ ਸਾਡੇ ਉੱਤੇ ਮਿਹਰ ਹੋ ਜਾਵੇ ਦਾਤਾ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।